ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਣਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਬਰਾਤ ਸ੍ਰੀ ਅਨੰਦਪੁਰ ਸਾਹਿਬ ਨਗਰੀ ਤੋਂ ਚੱਲ ਕੇ ਗੁਰੂ ਕੇ ਲਾਹੌਰ ਨਗਰ ਪਹੁੰਚੀ ਹੈ। ਅੱਗੋਂ ਭਾਈ ਹਰਜਸ ਜੀ ਸਮੂਹ ਸੰਬੰਧੀ ਗਣਾਂ ਨੇ, ਖਸ਼ਤਰੀਆਂ ਨੇ ਮਿਲ ਕੇ ਸਤਿਗੁਰਾਂ ਦੀ ਬਰਾਤ ਦਾ ਅੱਗੋਂ ਆ ਕੇ ਸਨਮਾਨ ਕੀਤਾ, ਆਦਰ ਕੀਤਾ। ਮਿਲਣੀ ਦੀ ਰਸਮ ਜਿਹੜੀ ਹੈ ਉਹ ਵੀ ਸੰਪੰਨ ਹੋਈ ਤੇ ਸਮੁੱਚੀ ਬਰਾਤ ਦਾ ਤਦੋਂ ਬੜੇ ਅਦਬ ਸਤਿਕਾਰ ਸੰਯੁਕਤ ਜੰਝ ਘਰ ਦੇ ਵਿੱਚ ਜਿਹੜਾ ਉਹ ਟਿਕਾ ਕਰਵਾਇਆ। ਸਮੁੱਚੀ ਬਰਾਤ ਨੇ ਜੰਝ ਘਰ ਦੇ ਵਿੱਚ ਜਾ ਕੇ ਠਹਿਰਨਾ ਕੀਤਾ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਲਾਵਾ ਲੈਣ ਸਮੇਂ ਤਬ ਆਇਓ। ਸੋ ਗੁਰੂ ਰੂਪ ਸਾਧ ਸੰਗਤ ਜੰਝ ਘਰ ਦੇ ਵਿੱਚ ਟਿਕਾ ਹੋਇਆ ਤਾਂ ਇਤਨੇ ਨੂੰ ਲਾਵਾਂ ਲੈਣ ਦਾ ਜਿਹੜਾ ਸਮਾਂ ਹੈ ਉਹ ਆ ਪਹੁੰਚਿਆ ਹੈ। ਤੇਨ ਧੂਲ ਵੇਲਾ ਦਰਸਾਇਓ। ਤੇ ਗਊ ਧੂੜ ਦਾ ਵੇਲਾ ਜਿਹੜਾ ਉਹ ਆ ਗਿਆ। ਗਊ ਧੂੜ ਦਾ ਵੇਲਾ ਸ਼ਾਮਾਂ ਦੇ ਵੇਲੇ ਨੂੰ ਕਹਿੰਦੇ ਆ। ਸੋ ਗਊ ਧੂੜ ਦਾ ਵੇਲਾ ਜਿਹੜਾ ਉਹ ਆ ਗਿਆ। ਤੇਜ ਪਹੁੰਚਿਓ ਉਤਲਾਵਤ ਤਬੈ। ਬੜੀ ਉਤਾਵਲਤਾ ਦੇ ਨਾਲ ਬ੍ਰਾਹਮਣ ਜੰਝ ਘਰ ਪਹੁੰਚਿਆ। ਗੁਰ ਸਮੇਤ ਜਹ ਬੈਠੇ ਸਬੈ। ਜਿੱਥੇ ਕਲਗੀਧਰ ਪਾਤਸ਼ਾਹ ਜੀ ਦੇ ਸੰਯੁਕਤ ਸਾਰੇ ਬਰਾਤੀਏ ਜੰਝ ਘਰ ਵਿੱਚ ਬੈਠੇ ਹੋਏ ਸਨ। ਜਾਏ ਕਿਰਪਾਲ ਸਾਥ ਤਬ ਕਹਿਓ। ਜਾ ਕੇ ਤੇ ਮਾਮਾ ਕਿਰਪਾਲ ਚੰਦ ਜੀ ਤਥਾ ਕਿਰਪਾਲੂ ਸਤਿਗੁਰਾਂ ਜੀ ਦੇ ਤਾਈ ਕਿਹਾ। ਲਾਵਾਂ ਲੈਣ ਸਮੇਂ ਅਬ ਲਹਿਓ। ਕਿ ਸਤਿਗੁਰੂ ਜੀ ਲਾਵਾਂ ਲੈਣ ਦਾ ਸਮਾਂ ਜਿਹੜਾ ਉਹ ਆ ਗਿਆ। ਲਾਵਾਂ ਲੈਣ ਦਾ ਸਮਾਂ ਹੋ ਗਿਆ। ਤਿਆਰੀ ਕਰ ਬੈਠੇ ਹਮ ਭਵਨੋ। ਤੇ ਭਵਨ ਦੇ ਵਿੱਚ ਘਰ ਵਿੱਚ ਭਾਈ ਹਰਜਸ ਜੀ ਤਥਾ ਸਾਰਾ ਪਰਿਵਾਰ ਤਿਆਰੀ ਕਰਕੇ ਬੈਠੇ ਹੋਏ ਹੈ। ਕਰਹਿ ਪ੍ਰਤੀਖਨ ਤੁਮ ਆਗਵਨੋ। ਤੇ ਆਪ ਜੀ ਦਾ ਆਗਮਨ ਉਡੀਕ ਰਹੇ ਹੈ। ਆਪ ਜੀ ਕਿਰਪਾ ਕਰੋ
ਤੇ ਆਪਣੇ ਮੁਬਾਰਕ ਚਰਨ ਜਿਹੜੇ ਹੈ ਉਹ ਭਾਈ ਹਰਜਸ ਜੀ ਦੇ ਘਰ ਦੇ ਵਿੱਚ ਪਾ ਕੇ ਤੇ ਜਿਹੜਾ ਇਹ ਪਾਣੀ ਗ੍ਰਹਿਣ ਹੈ, ਜਿਹੜੇ ਇਹ ਲਾਵਾਂ ਫੇਰੇ ਹੈ, ਇਹ ਆਪ ਕਰੋ। ਜਬ ਜਨਵਾਸ ਬਿਖੈ ਸੁਧ ਪਾਈ। ਇਹ ਸੂਚਨਾ, ਇਹ ਖਬਰ ਜਦੋਂ ਜਨ ਘਰ ਦੇ ਵਿੱਚ ਪਹੁੰਚ ਗਈ ਹੈ, ਹਨੇ ਡੰਕ ਸਭ ਬਾਜ ਬਜਾਈ। ਤਾਂ ਉਸੇ ਵੇਲੇ ਡੰਕੇ ਵੱਜੇ ਹੈ, ਨਗਾਰਿਆਂ ਤੇ ਚੋਬਾਂ ਲੱਗੀਆਂ, ਹਰ ਤਰ੍ਹਾਂ ਦੇ ਵਾਜੇ ਸ਼ਹਿਨਾਈਆਂ ਵਜਾਈਆਂ ਗਈਆਂ। ਲਗ ਧੁੰਦਬ ਬੜ ਧੌਂਸ ਤੁੰਕਾਰੀ। ਛੋਟੇ ਦੁੰਦਬ ਜਿਹੜੇ ਐ ਦਰਵਾਜ਼ੇ ਮੂਹਰੇ ਰੱਖ ਕੇ ਵਜਾਉਣ ਵਾਲੇ ਉਹ ਵੀ ਵੱਜ ਰਹੇ ਐ, ਤੇ ਜਿਹੜੇ ਵੱਡੇ ਧੌਂਸੇ ਐ, ਵੱਡੇ ਨਗਾਰੇ ਐ, ਉਹਨਾਂ ਦੀਆਂ ਵੀ ਜਿਹੜੀਆਂ ਤੁੰਕਾਰ, ਜਿਹੜੀਆਂ ਆਵਾਜ਼ਾਂ ਉਹ ਗੂੰਜ ਰਹੀਆਂ। ਤੁਰਰੀ ਮੁਰਲਾ ਨਫੀਰਾ ਸੰਭਾਰੀ। ਇਹ ਵਾਜਿਆਂ ਦੇ ਨਾਮ ਹੈ। ਤੁਰਰੀਆਂ ਵੱਜੀਆਂ ਹਨ, ਮੁਰਲੀਆਂ ਵੱਜੀਆਂ, ਨਫੀਰੀਆਂ, ਇਹ ਸਾਰੀਆਂ ਵਜਾਉਣ ਵਾਲਿਆਂ ਨੇ ਸੰਭਾਲੀਆਂ ਤਥਾ ਵਜਾਈਆਂ। ਪਟਹ ਪਣਵ ਬੜ ਢੋਲ ਬਜਾਏ। ਇਹ ਸਾਰੇ ਵਾਜਿਆਂ ਦੇ ਨਾਮ। ਪਟਹ, ਪਣਵ ਵੀ ਇੱਕ ਵਾਜਾ ਹੁੰਦਾ ਹੈ, ਇਸੇ ਤਰ੍ਹਾਂ ਢੋਲ ਇਹ ਵਜਾਏ ਗਏ ਹੈ। ਸੁਨਤ ਉਠੇ ਤਤ ਛਿਨ ਸਮੁਦਾਏ। ਜਦੋਂ ਸ਼ਹਿਨਾਈਆਂ ਵੱਜੀਆਂ ਤੇ ਜਿੰਨੇ ਬਰਾਤੀਏ ਸਨ ਸੁਣ ਕੇ ਸਾਰੇ ਹੀ ਉੱਠ ਖਲੋਤੇ ਐ। ਗੁਰ ਨੰਦਨ ਸੁੰਦਰ ਸੁਖ ਕੰਦ। ਤੇ ਸਤਿਗੁਰਾਂ ਦੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪੁੱਤਰ, ਜੋ ਬੜੇ ਸੁੰਦਰ ਸਰੂਪ ਵਾਲੇ ਤੇ ਸੁੱਖਾਂ ਦੇ ਕੰਦ ਹੈ, ਸੁੱਖਾਂ ਦੇ ਮੁੱਢ ਹੈ। ਦੁਲਹ ਦੇ ਪਤਾ ਸ਼ਰਦ ਜਨ ਚੰਦ। ਤੇ ਦੁਲਹੇ ਦੇ ਸਰੂਪ ਦੇ ਵਿੱਚ ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਸ਼ੋਭਾ ਪਾ ਰਿਹਾ ਹੈ, ਮਾਨੋ ਜਿਵੇਂ ਸਰਦੀ ਰੁੱਤ ਦਾ ਚੰਦਰਮਾ ਹੋਵੇ, ਐਨ ਨਿਰਮਲ ਤੇ ਉਜਵਲ। ਇਸ ਤਰ੍ਹਾਂ ਸਤਿਗੁਰੂ ਜੀ ਸ਼ੋਭਾ ਪਾ ਰਹੇ ਹੈ। ਉਠੇ ਕਿਰਪਾਲ ਸੰਗ ਨਿਜ ਲੀਨੇ। ਇਹ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਤਥਾ ਆਨੇ ਸੰਗੀਆਂ ਨੂੰ ਨਾਲ ਲੈ ਕੇ ਤੇ ਕਿਰਪਾਲੂ ਕਲਗੀਧਰ ਪਾਤਸ਼ਾਹ ਜੀ ਉੱਠੇ ਹੈ। ਪੰਚਹ ਭਰਾਤ ਅਦਕ ਪਰਬੀਨੇ। ਪੰਜੇ ਭਰਾ ਜਿਹੜੇ ਬੜੇ ਪ੍ਰਬੀਨ ਹੈ, ਬੜੇ ਸਿਆਣੇ ਹੈ, ਭੂਆ ਪੁੱਤਰ ਭਰਾ। ਬਾਦਿਤ ਬਾਜਤ ਚੱਲੇ ਅਗਾਰੀ। ਤੇ ਉਹ ਵੀ ਨਾਲ ਚੱਲ ਪਏ। ਅੱਗੇ ਅੱਗੇ ਜਿਹੜੇ ਵਾਜੇ ਸ਼ਹਿਨਾਈਆਂ ਵੱਜਦੀਆਂ ਜਾ ਰਹੀਆਂ। ਕੀਰਤ ਭਾਟ ਨਕੀਬ ਉਚਾਰੀ। ਜਿਹੜੇ ਭੱਟ ਹਨ ਉਹ ਸਤਿਗੁਰਾਂ ਦੀ ਕੀਰਤੀ ਉਚਾਰਨ ਕਰ ਰਹੇ ਹੈ। ਜਿਹੜੇ ਨਕੀਬ ਹੈ, ਚੋਬਦਾਰ ਹੈ, ਉਹ ਅੱਗੇ ਅੱਗੇ ਜਾਂਦੇ ਹੋਏ ਤੇ ਸੂਚਿਤ ਕਰਦੇ ਜਾ ਰਹੇ ਹਨ ਕਿ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਮੀਰੀ ਪੀਰੀ ਦੇ ਮਾਲਕ, ਸੋਢੀ ਕੁਲ ਅਵਤੰਸ਼ ਪਾਤਸ਼ਾਹ ਦੇ ਪੋਤਰੇ, ਤਿਆਗ ਤੇ ਵੈਰਾਗ ਦੀ ਮੂਰਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਲਾਲ ਤੇ ਸਰਵਰੇ ਕਾਇਨਾਤ ਦੇ ਸੁਆਮੀ, ਸਮਰਾਟਾਂ ਦੇ ਸਮਰਾਟ, ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀ ਅਸਵਾਰੀ ਪਧਾਰ ਰਹੀ ਹੈ। ਨਕੀਬ ਚੋਬਦਾਰ ਇਸ ਤਰ੍ਹਾਂ ਗੁਰੂ ਜਸ ਕਰਦਿਆਂ ਤੇ ਸਾਰਿਆਂ ਨੂੰ ਸੂਚਿਤ ਕਰਦਿਆਂ ਹੋਇਆਂ ਜਾ ਰਹੇ ਹੈ। ਆਤ ਪਤਰ ਦੁਲਹ ਸਿਰ ਫਿਰਹੀ। ਸਤਿਗੁਰਾਂ ਦੇ ਦੁਲਹਾ ਸਰੂਪ ਵਿੱਚ ਹਨ ਜਦੋਂ,
ਤੇ ਆਤ ਪੱਤਰ ਜਿਹੜਾ ਛਤਰ ਹੈ ਉਹ ਸਤਿਗੁਰਾਂ ਦੇ ਸੀਸ ਤੇ ਝੁੱਲ ਰਿਹਾ ਹੈ। ਚਮਰ ਚਾਰ ਬਹੁ ਬਾਰ ਹੈ ਢੁਰਹੀ। ਤੇ ਸੁੰਦਰ ਚੌਰ ਵਾਰ-ਵਾਰ ਸਤਿਗੁਰਾਂ ਦੇ ਸੀਸ ਤੇ ਚਬਰਦਾਰ ਸਿੱਖ ਝੁਲਾ ਰਹੇ ਹੈ। ਮਹਿਦ ਕੁਲਾਹਲ ਸਭ ਮਹਿ ਹੋਵਾ। ਸਾਰਿਆਂ ਦੇ ਵਿੱਚ ਬੜਾ ਵੱਡਾ ਖੁਸ਼ੀ ਦਾ ਸ਼ੋਰ ਹੋਇਆ ਹੈ। ਜਹ ਕਹਿ ਮਾਨੁਖ ਬ੍ਰਿੰਦ ਖਰੋਵਾ। ਜਿੱਥੇ ਕਿਥੇ ਬਹੁਤ ਮਨੁੱਖ ਖਲੋਤੇ ਸਤਿਗੁਰਾਂ ਦੇ ਦੀਦਾਰ ਸਤਿਗੁਰਾਂ ਦੀ ਬਰਾਤ ਦੇ ਦਰਸ਼ਨ ਕਰ ਰਹੇ ਹੈ। ਜਵਲਤ ਮਤਾਬੀ ਛੁਟਤ ਹਵਾਈ। ਮਤਾਬੀਆਂ ਜਿਹੜੀਆਂ ਉਹ ਜਵਲਤ ਜਲ ਰਹੀਆਂ ਹਨ, ਬਲ ਰਹੀਆਂ ਹਨ। ਤੇ ਮਤਾਬੀਆਂ ਦੁਆਰਾ ਜਦੋਂ ਜਿਹੜੀਆਂ ਆਤਿਸ਼ਬਾਜ਼ੀਆਂ ਹਨ ਉਹਨਾਂ ਦੇ ਪਲੀਤਿਆਂ ਨੂੰ ਮਤਾਬੀਆਂ ਦੇ ਨਾਲ ਜਦੋਂ ਦਾਗਦੇ ਆ ਤੇ ਆਤਿਸ਼ਬਾਜ਼ੀਆਂ ਜਿਹੜੀਆਂ ਹਵਾਈਆਂ ਉਹ ਛੁੱਟਦੀਆਂ ਤੇ ਆਕਾਸ਼ ਨੂੰ ਜਾਂਦੀਆਂ। ਚੜੀ ਗਗਨ ਪਵਨ ਹਟ ਕਰ ਆਈ। ਆਤਿਸ਼ਬਾਜ਼ੀਆਂ ਜਿਹੜੀਆਂ ਹਵਾਈਆਂ ਹਨ ਉਹ ਆਕਾਸ਼ ਨੂੰ ਜਾਂਦੀਆਂ ਹਨ ਤੇ ਮੁੜ ਕੇ ਫਿਰ ਧਰਤੀ ਤੇ ਆਉਂਦੀਆਂ ਹਨ। ਮਨਹੁ ਆਕਾਸ਼ ਲੋਕ ਸੁਧ ਦੈ ਕੈ। ਮਨੋ ਆਕਾਸ਼ ਲੋਕ ਕਹੀਏ ਦੇਵ ਲੋਕ ਦੇ ਵਿੱਚ ਸੂਚਨਾ ਦੇ ਕੇ ਸਤਿਗੁਰਾਂ ਦਾ ਪਾਣੀ ਗ੍ਰਹਿਣ ਹੋਣ ਜਾ ਰਿਹਾ ਹੈ, ਸਤਿਗੁਰਾਂ ਦਾ ਵਿਵਾਹ ਹੋਣ ਜਾ ਰਿਹਾ ਹੈ। ਇਹ ਸੂਚਨਾ ਦੇਵ ਲੋਕ ਵਿੱਚ ਪਹੁੰਚਾ ਕੇ ਅਵਨੀਪੁਰ ਪਹੁੰਚੀ ਪੁਨ ਐ ਕੈ। ਤੇ ਫਿਰ ਅਵਨੀ ਤਲ ਮਾਤ ਲੋਕ ਤੇ ਆ ਪਹੁੰਚੀਆਂ ਹਵਾਈਆਂ। ਇਮ ਹਰਖਤ ਉਲੰਘੇ ਸੋ ਬਾਜ਼ਾਰ। ਇਸ ਤਰ੍ਹਾਂ ਬੜੀ ਖੁਸ਼ੀ ਤੇ ਬੜੀ ਪ੍ਰਸੰਨਤਾ ਦੇ ਨਾਲ ਇਹ ਲਾਹੌਰ ਬਾਜ਼ਾਰ ਜਿਹੜਾ ਇਹ ਸਾਰਾ ਸਤਿਗੁਰੂ ਜੀ ਲੰਘ ਗਏ ਹੈ। ਪਹੁੰਚੇ ਗੁਰ ਘਰ ਸਸੁਰ ਮਝਾਰ। ਆਪਣੇ ਸਸੁਰ ਘਰ ਸਹੁਰੇ ਘਰ ਸਤਿਗੁਰੂ ਪਾਤਸ਼ਾਹ ਜੀ ਪਹੁੰਚ ਗਏ ਹੈ। ਆਨ ਮਿਲੇ ਆਗੇ ਸਭ ਕੋਏ। ਅੱਗੋਂ ਸਾਰਾ ਪਰਿਵਾਰ ਆ ਕੇ ਮਿਲਿਆ ਭਾਈ ਹਰਜਸ ਜੀ। ਇਸੇ ਤਰ੍ਹਾਂ ਉਹਨਾਂ ਦੀ ਧਰਮ ਸੁਪਤਨੀ ਤਥਾ ਹੋਰ ਜਿਹੜੇ ਸਿਆਣੇ ਪਰਿਵਾਰਕ ਮੈਂਬਰ ਹਨ ਉਹ ਵੀ ਸਾਰੇ ਅੱਗੋਂ ਆ ਕੇ ਸਤਿਗੁਰਾਂ ਨੂੰ ਮਿਲੇ ਹੈ। ਅੰਤਰ ਪ੍ਰਵਿਸ਼ੇ ਲੈ ਮੁਦ ਹੋਏ। ਤੇ ਬੜੀ ਮੁਦਤਾ ਬੜੀ ਪ੍ਰਸੰਨਤਾ ਦੇ ਨਾਲ ਸਤਿਗੁਰਾਂ ਨੂੰ ਲੈ ਕੇ ਤੇ ਅੰਦਰ ਚਲੇ ਗਏ, ਘਰ ਦੇ ਵਿੱਚ ਚਲੇ ਗਏ ਹੈ। ਤਬ ਦੁਲਹਨ ਲੈ ਨਿਕਟ ਬਿਠਾਈ। ਕਲਗੀਧਰ ਪਾਤਸ਼ਾਹ ਸਤਿਗੁਰਾਂ ਨੂੰ ਇਸ ਤਰ੍ਹਾਂ ਸਜਾ ਦੇਣਾ ਕੀਤਾ। ਸਤਿਗੁਰੂ ਜੀ ਸਜ ਗਏ ਆ, ਬੈਠ ਗਏ ਆ। ਪਾਵਨ ਗੁਰਬਾਣੀ ਦੀ ਬੀੜ ਜਿਹੜੀ ਹੈ ਇਹ ਸਨਮੁਖ ਪ੍ਰਕਾਸ਼ ਹੈ ਅਤੇ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸਜ ਗਏ ਆ। ਤੇ ਉਸ ਸਮੇਂ ਤਦੋਂ ਜਿਹੜੀ ਦੁਲਹਨ ਹੈ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਮਹਿਲ ਅਰਥਾਤ ਮਾਤਾ ਜੀਤੋ ਜੀ ਤਿਨਾਂ ਨੂੰ ਲਿਆ ਕੇ ਤੇ ਸਤਿਗੁਰਾਂ ਦੇ ਨਾਲ ਬਿਠਾਉਣਾ ਕੀਤਾ। ਸਤਿਗੁਰੂ ਜੀ ਸਜੇ ਆ, ਸਤਿਗੁਰਾਂ ਦੇ ਨਾਲ ਲਿਆ ਕੇ ਮਾਤਾ ਜੀਤੋ ਜੀ ਨੂੰ ਬਿਠਾਇਆ। ਯਥਾ ਜੋਗ ਸਭ ਵੇਦ ਕਰਵਾਈ। ਯਥਾ ਉਚਿਤ ਜਿਹੜੀ ਵਿਧੀ ਸੀ ਸੋੜ ਵੰਸ਼ ਦੀ, ਜੋ ਸੋੜ ਵੰਸ਼ ਦੀ ਮਰਜ਼ਾਦਾ ਸੀ, ਰੀਤ ਸੀ, ਉਹ ਸਾਰੀ ਉੱਥੇ ਕੀਤੀ ਹੈ। ਬਾਰ ਬਾਰ ਸੰਗ ਫੇਰ ਕਿਨ ਫੇਰੇ। ਉਪਰੰਤ ਗੁਰ ਮਰਜ਼ਾਦਾ ਅਨੁਸਾਰ ਜੋ ਗੁਰੂ ਘਰ ਦੀ ਮਰਜ਼ਾਦਾ ਹੈ ਉਸ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਬਾਰ ਕਲਗੀਧਰ ਪਾਤਸ਼ਾਹ ਤੇ ਦੁਲਹਨ ਮਾਤਾ ਜੀਤੋ ਜੀ ਤਿਨਾਂ ਦੇ ਜਿਹੜੇ ਫੇਰੇ ਹੈ
ਉਹ ਬਰ ਸ੍ਰੇਸ਼ਟ ਢੰਗ ਦੇ ਨਾਲ ਗੁਰ ਮਰਜ਼ਾਦਾ ਦੇ ਨਾਲ ਜਿਹੜੇ ਫੇਰੇ ਹੈ ਉਹ ਹੋਏ ਹੈ। ਲਾਵਾਂ ਦਾ ਪਾਠ ਹੋਇਆ ਜੋ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀਆਂ ਹੋਈਆਂ ਲਾਵਾਂ ਸੂਹੀ ਰਾਗ ਵਿੱਚ ਹਨ। ਉਹ ਲਾਵਾਂ ਦਾ ਪਾਠ ਹੋਇਆ ਤੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਮਾਤਾ ਜੀਤੋ ਜੀ ਦੇ ਨਾਲ ਫੇਰੇ ਹੋਏ ਹੈ। ਪਾਨ ਗ੍ਰਹਿਣ ਕੀਨੋ ਤਿਸ ਬੇਰੇ। ਇਸ ਤਰ੍ਹਾਂ ਪਾਣੀ ਗ੍ਰਹਿਣ ਹੋ ਗਿਆ। ਪਾਣੀ ਗ੍ਰਹਿਣ ਕਹਿੰਦੇ ਵਿਵਾਹ ਨੂੰ। ਇਸ ਤਰ੍ਹਾਂ ਵਿਆਹ ਸੰਪੰਨ ਹੋਇਆ। ਜਦੋਂ ਲਾਵਾਂ ਫੇਰੇ ਹੋ ਗਏ ਤੇ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਆਂਦੀ ਸੀ, ਤਦੋਂ ਅਰਦਾਸੀਏ ਸਿੱਖ ਨੇ ਅਰਦਾਸ ਕੀਤੀ ਹੈ ਤੇ ਇਸ ਤਰ੍ਹਾਂ ਵਿਆਹ ਦੀ ਗੁਰ ਮਰਜ਼ਾਦਾ ਅਨੁਸਾਰ ਸਾਰੀ ਰੀਤ ਸੰਪੰਨ ਹੋਈ ਹੈ। ਵੇਲ ਸੁਰ ਬਧੂ ਕਰਹਿ ਛਲ ਬੇਸਾ। ਜਿਹੜੀਆਂ ਸੁਰ ਬਧੂ ਦੇਵਤਿਆਂ ਦੀਆਂ ਇਸਤਰੀਆਂ ਹਨ ਅਪੱਛਰਾਵਾਂ, ਉਹ ਛਲ ਵਾਲਾ ਵੇਸ ਲਿਬਾਸ ਧਾਰਨ ਕਰਕੇ ਆਨ ਪ੍ਰਵੇਸ਼ੀ ਰੂਪ ਵਿਸ਼ੇਸ਼ਾ। ਜਿਨ੍ਹਾਂ ਦਾ ਬੜਾ ਵਿਸ਼ੇਸ਼ ਸੌਂਦਰਯ ਸਰੂਪ ਹੈ, ਉਹ ਅਪੱਛਰਾਵਾਂ ਦੇਵਤਿਆਂ ਦੀਆਂ ਇਸਤਰੀਆਂ ਇਹ ਸੰਸਾਰ ਦੀਆਂ ਇਸਤਰੀਆਂ ਜੈਸਾ ਛਲ ਵਾਲਾ ਸਰੂਪ ਧਾਰਨ ਕਰਕੇ ਤੇ ਆਣ ਵਿਆਹ ਵਿੱਚ ਸ਼ਾਮਲ ਹੋਈਆਂ। ਮੇਲ ਨਾਰਨ ਮਹਿ ਗੀਤਨ ਗਾਵਹਿ। ਇਸਤਰੀਆਂ ਨਾਲ ਮਿਲ ਕੇ ਅਪੱਛਰਾਵਾਂ ਗੀਤ ਗਾਉਂਦੀਆਂ। ਗੁਰ ਹਿਤ ਮੰਗਲ ਅਦਕ ਵਧਾਵਹਿ। ਤੇ ਗੁਰੂ ਨਾਲ ਜਿਨ੍ਹਾਂ ਦਾ ਹਿਤ ਹੈ ਪ੍ਰੇਮ ਹੈ ਅਥਵਾ ਗੁਰੂ ਜੀ ਦੇ ਹਿਤ ਵਾਸਤੇ ਇਹ ਹੋਰ ਅਦਕ ਮੰਗਲ ਤੇ ਖੁਸ਼ੀਆਂ ਖੇੜੇ ਵਧਾ ਰਹੀਆਂ ਹਨ। ਕਰਤ ਆਪਨ ਪਾਉ ਸਫਲ ਵਿਸ਼ਾਲਾ। ਤੇ ਆਪਣਾ ਆਪ ਸਫਲਾ ਕਰਦੀਆਂ ਹਨ। ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਦੇਵ ਬਧੂਆਂ ਅਪੱਛਰਾਵਾਂ ਆਪਣਾ ਆਪ ਸਫਲ ਕਰਦੀਆਂ ਹਨ। ਨਹੀਂ ਪਛਾਨ ਪਰਹਿ ਕਿਸ ਬਾਲਾ। ਇਹ ਕਿਸੇ ਵੀ ਬਾਲਾ ਇਸਤਰੀ ਦੁਆਰਾ ਇਹਨਾਂ ਦੇਵ ਬਧੂਆਂ ਦੀ ਪਛਾਣ ਨਹੀਂ ਕੀਤੀ ਜਾ ਰਹੀ, ਜਾਂ ਜਿਹੜੀਆਂ ਦੇਵ ਬਧੂਆਂ ਬਾਲਾ ਇਸਤਰੀਆਂ ਦਾ ਰੂਪ ਧਾਰਨ ਕਰਕੇ ਮਾਤ ਲੋਕ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਵਿੱਚ ਆ ਕੇ ਤੇ ਸ਼ਾਮਲ ਹੋਈਆਂ ਹਨ, ਉਹਨਾਂ ਦਾ ਸਰੂਪ ਪਛਾਣਿਆ ਨਹੀਂ ਜਾ ਰਿਹਾ। ਬ੍ਰਿੰਦ ਮੇਲ ਘਰ ਵਿਖੈ ਸਕੇਲਾ। ਇਹ ਘਰ ਦੇ ਵਿੱਚ ਬਹੁਤ ਵੱਡਾ ਮੇਲ ਜਿਹੜਾ ਉਹ ਸਕੇਲਾ ਕਹੀਏ ਇਕੱਠਾ ਹੋਇਆ ਹੈ। ਬਿਨ ਪਛਾਨ ਮੁਦਰੇਲ ਰੋਝੇਲਾ। ਬਿਨਾਂ ਪਛਾਣ ਤੋਂ ਬੜਾ ਰੇਲ ਹੋ ਰਿਹਾ, ਧੱਕਾ ਵੀ ਵੱਜ ਰਿਹਾ, ਭੀੜ ਬੜੀ ਹੈ ਨਾ, ਤੇ ਧੱਕਾ ਜਿਹੜਾ ਹੈ ਉਹ ਬੜੀ ਮੁੱਦਤਾਂ ਦੇ ਨਾਲ ਝੱਲਿਆ ਵੀ ਜਾ ਰਿਹਾ ਹੈ, ਕਿਉਂਕਿ ਭਾਵੇਂ ਪਛਾਣ ਨਹੀਂ ਹੈ ਪਰ ਸਭ ਨੂੰ ਪਤਾ ਹੈ ਕਿ ਆਪਣੇ ਕੁਟੁੰਬੀ ਸੰਬੰਧੀ ਗਣ ਪਰਿਵਾਰ ਦੇ ਹੀ ਮੈਂਬਰ ਹਨਗੇ। ਇਸ ਵਾਸਤੇ ਬੜਾ ਧੱਕਾ ਵੱਜ ਰਿਹਾ ਪਰ ਖੁਸ਼ੀ ਨਾਲ ਸਾਰੇ ਚੱਲ ਰਹੇ ਹੈ। ਸੁਰ ਨਰ ਬੇਸ ਧਾਰ ਸਮੁਦਾਏ। ਫਿਰ ਦੇਵਤੇ ਵੀ ਮਨੁੱਖਾਂ ਦਾ ਸਰੂਪ ਧਾਰਨ ਕਰਕੇ ਮਿਲੇ ਆਨ ਬਹੁ ਸੇਵਾ ਕਮਾਏ। ਉਹ ਵੀ ਆ ਕੇ ਸਤਿਗੁਰਾਂ ਦੀ ਬਰਾਤ ਵਿੱਚ ਮਿਲੇ ਹੈ ਤੇ ਬੜੀ ਸੇਵਾ ਕਮਾ ਰਹੇ ਸਤਿਗੁਰਾਂ ਦੀ, ਸਤਿਗੁਰਾਂ ਦੇ ਗੁਰਸਿੱਖਾਂ ਦੀ, ਗੁਰੂ ਜੀ ਦੀ ਬਰਾਤ ਦੀ ਸੇਵਾ ਕਮਾ ਰਹੇ ਦੇਵਤੇ ਜਿਹੜੇ ਹੈ। ਤੇਜ ਆਦਿਕ ਕੋ ਦਰਬ ਬਡੇਰਾ। ਫਿਰ ਬ੍ਰਾਹਮਣ ਆਦਿਕਾਂ ਨੂੰ ਜਿਹੜਾ ਬਹੁਤ ਧਨ, ਦੀਨ ਦਾਨ ਸਤਿਗੁਰ ਤਿਸ ਬੇਰਾ। ਸਤਿਗੁਰਾਂ ਨੇ ਉਸ ਵੇਲੇ ਦਾਨ ਦਿੱਤਾ ਹੈ। ਜਿਹੜੇ ਵੀ ਜਾਚਕ ਮੰਗਣ ਵਾਲੇ ਆਏ ਹੈ ਉਹਨਾਂ ਨੂੰ ਦਾਨ ਦਿੱਤਾ ਹੈ। ਦਇਆ ਰਾਮ ਦਿਜ ਸਮੋ ਪਛਾਨਾ। ਭਾਈ ਦਇਆ ਰਾਮ ਜੋ ਗੁਰੂ ਘਰ ਦੇ ਪੁਰੋਹਿਤ ਹੈ ਉਹਨਾਂ ਨੇ ਵੀ ਸਮਾਂ ਪਛਾਣਿਆ। ਸਗਰੋ ਸ਼ਾਖੋ ਚਾਰ ਬਖਾਨਾ। ਤਾਂ ਜਿਹੜਾ ਗੋਤਰਾਚਾਰ ਹੈ ਉਹ ਕੀ ਹੈ, ਭਾਵ ਸਤਿਗੁਰਾਂ ਦੇ ਵੱਡੇ ਵਡੇਰਿਆਂ ਦੇ ਜਿਹੜੇ ਨਾਮ ਹੈ ਉਹ ਲੈ ਕੇ ਦੱਸੇ ਹੈ।
ਸੋਨ ਪ੍ਰਸੰਨ ਹੋਇ ਧਨ ਗਨ ਦੀਨਾ। ਸੁਣ ਕੇ ਸਾਰੇ ਹੀ ਪ੍ਰਸੰਨ ਹੋਏ ਤਥਾ ਸਤਿਗੁਰੂ ਜੀ ਪ੍ਰਸੰਨ ਹੋਏ ਤੇ ਧਨ ਗਨ ਦੀਨਾ। ਬਹੁਤਾ ਧਨ ਜਿਹੜਾ ਹੈ ਉਹ ਦੇਣਾ ਕੀਤਾ ਹੈ ਭਾਈ ਦਇਆ ਰਾਮ ਪੁਰੋਹਿਤ ਨੋਵੇਂ। ਸਕਲ ਸਮਾਜ ਹਰਖ ਮਹਿ ਭੀਨਾ। ਤੇ ਸਾਰਾ ਜਿਹੜਾ ਸਮਾਜ ਜਿੰਨਾ ਵੀ ਪਰਿਵਾਰ ਇਕੱਤਰਤ ਹੋਇਆ ਬੜੀ ਖੁਸ਼ੀ ਵਿੱਚ ਭਿੱਜੇ। ਦੋਨੋਂ ਪਰਿਵਾਰ ਹੁਣ ਇਕੱਠੇ ਹੋਏ ਆ ਨਾ ਘਰ ਵਿੱਚ, ਤੇ ਦੋਨੋਂ ਪਰਿਵਾਰਾਂ ਵਿੱਚ ਹੀ ਆਪਸੀ ਬੜਾ ਪ੍ਰੇਮ ਪਿਆਰ, ਤੇ ਦੋਨੋਂ ਹੀ ਪਰਿਵਾਰਾਂ ਵਿੱਚ ਬੜੀ ਖੁਸ਼ੀ ਵਧੀ ਹੈ। ਇਮਲਾਵਾ ਲੈ ਕਰ ਜਸ ਸਾਜਾ। ਇਸ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀਆਂ ਗੁਰਮਰਜ਼ਾਦਾ ਅਨੁਸਾਰ ਲਾਵਾਂ ਸੰਪੰਨ ਹੋਈਆਂ ਤੇ ਬੜਾ ਜਸ ਸਾਜਾ ਸਤਿਗੁਰਾਂ ਦਾ ਉਜਵਲ ਜਸ ਜਿਹੜਾ ਹੈ ਉਹ ਛਾ ਗਿਆ। ਬੀਜਾ ਬੇਦ ਕਾ ਉਠਿਓ ਸਮਾਜਾ। ਤੇ ਇਸ ਤਰ੍ਹਾਂ ਵੇਦ ਗਿਆਨ ਸਰੂਪ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਸੀ, ਜਿੱਥੇ ਲਾਵਾਂ ਫੇਰੇ ਹੋਏ ਸੀ, ਜਦੋਂ ਸਾਰੀ ਜਿਹੜੀ ਹੈ ਉਹ ਲਾਵਾਂ ਫੇਰੇ ਦੀ ਮਰਜ਼ਾਦਾ ਸੰਪੰਨ ਹੋਈ ਤੇ ਸਾਰਾ ਸਮਾਜ ਸਾਰਾ ਪਰਿਵਾਰ ਉਥੋਂ ਉੱਠ ਖਲੋਤਾ ਹੈ। ਪੁੰਜ ਮਸਾਲੇ ਜਵਲਤ ਅਗਾਰੀ। ਬਹੁਤ ਮਸਾਲਾਂ ਜਿਹੜੀਆਂ ਅੱਗੇ ਅੱਗੇ ਬਲ ਰਹੀਆਂ। ਝਾਰ ਮਤਾਬੀ ਜੋਤ ਫੁਲਵਾਰੀ। ਜਿਹੜੀਆਂ ਇਹ ਆਤਿਸ਼ਬਾਜ਼ੀਆਂ ਹਨ ਇਹ ਵੀ ਚਲਾ ਰਹੇ ਹਨਗੇ ਜਿਹੜੇ ਬਰਾਤੀਏ ਅਥਵਾ ਜਿਹੜੇ ਮਾਈਏ ਦੇ ਬਾਲਕ ਹੈ ਜਾਂ ਜਿਹੜੇ ਹੋਰ ਨੌਜਵਾਨ ਗੱਭਰੂ ਹੈ, ਉਹ ਗੁਰਾਂ ਦੇ ਅਦਬ ਸਤਿਕਾਰ ਇਵਜ ਇਹ ਜਿਹੜੀਆਂ ਫੁਲਵਾੜੀ ਫੁੱਲ ਝੜੀਆਂ ਮਤਾਬੀਆਂ ਝਾਰ ਆਦ ਇਹ ਚਲਾ ਰਹੇ ਹੈ। ਬਾਜੇ ਬਜਤ ਆਏ ਜਨ ਵਾਸੇ। ਵਾਜੇ ਵੱਜ ਰਹੇ ਹਨ ਤੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ, ਮਾਮਾ ਕਿਰਪਾਲ ਚੰਦ ਜੀ, ਭੂਆ ਪੁੱਤਰ ਭਰਾਵਾਂ ਸੰਯੁਗਤ ਜੰਝ ਘਰ ਵਾਪਸ ਆਏ ਹੈ। ਬੈਠੇ ਕੇਤਕ ਸਮੈ ਪ੍ਰਕਾਸ਼ੇ। ਹਲੇ ਬੈਠਿਆਂ ਨੂੰ ਥੋੜਾ ਜਿਹਾ ਹੀ ਸਮਾਂ ਹੋਇਆ ਸੀ। ਹਿਤ ਆਹਾਰ ਕੋ ਬਹੁਰ ਹਕਾਰੇ। ਫਿਰ ਭੋਜਨ ਵਾਸਤੇ ਆਮੰਤਰਿਤ ਕਰ ਲਿਆ ਗਿਆ। ਸਾਰੀ ਬਰਾਤ ਨੂੰ ਭਾਈ ਭੋਜਨ ਤਿਆਰ ਹੈ, ਸਾਰੇ ਆ ਕੇ ਛਕੋ। ਸੁਨ ਗਮਨੇ ਆਨੰਦਤ ਸਾਰੇ। ਸੁਣ ਕੇ ਸਾਰੇ ਬੜੇ ਆਨੰਦਿਤ ਹੈ, ਬੜੇ ਖੁਸ਼ ਹੈ ਤੇ ਭੋਜਨ ਛਕਣ ਵਾਸਤੇ ਸਾਰੀ ਬਰਾਤ ਚੱਲ ਪਈ। ਜਾਤ ਬਰਾਤ ਸੋਚੇਤ ਹਰਖੰਤੀ। ਮਨ ਵਿੱਚ ਬੜੀ ਖੁਸ਼ੀ ਹੈ, ਪ੍ਰਸੰਨਤਾ ਹੈ, ਬੜੀ ਖੁਸ਼ੀ ਨਾਲ ਸਾਰੀ ਬਰਾਤ ਪ੍ਰਸ਼ਾਦਾ ਛਕਣ ਭੋਜਨ ਛਕਣ ਜਾ ਰਹੀ ਹੈ। ਆਤਿਸ਼ ਬਾਜ਼ੀ ਪੁੰਜ ਛੁਟੰਤੀ। ਤੇ ਅੱਗੋਂ ਬਰਾਤ ਦੇ ਅਦਬ ਸਤਿਕਾਰ ਵਿੱਚ ਜਿਹੜੇ ਹੈ ਉਹ ਭਾਈ ਹਰਜਸ ਜੀ ਦੀ ਆਗਿਆ ਦੇ ਨਾਲ ਜਿੰਨੇ ਵੀ ਕਸ਼ਤਰੀਆਂ ਦੇ ਬਾਲਕ ਨਿਆਣੇ ਹੈ ਉਹ ਆਤਿਸ਼ਬਾਜ਼ੀਆਂ ਚਲਾ ਰਹੇ ਹਨ। ਆਤਿਸ਼ਬਾਜ਼ੀ ਪੁੰਜ ਛੁਟੰਤੀ, ਬਹੁਤ ਆਤਿਸ਼ਬਾਜ਼ੀਆਂ ਚੱਲ ਰਹੀਆਂ ਹਨ। ਹੋਤੇ ਬਰੂਦ ਭਰੇ ਗਾਜ ਘੇਰੇ। ਜਿਹੜੇ ਗਾਜ ਹਾਥੀ ਤੇ ਘੋੜੇ ਬਰੂਦ ਦੇ ਬਣਾਏ ਹੋਏ ਸੀ, ਵਿੱਚ ਬਰੂਦ ਭਰ ਕੇ ਨਾ ਤੇ ਉਹਨਾਂ ਨੂੰ ਆਕਾਰ ਹਾਥੀ ਤੇ ਘੋੜਿਆਂ ਦਾ ਦਿੱਤਾ ਹੋਇਆ ਸੀ। ਇਤ ਉਤ ਜਵਲਤ ਬੇਗ ਤੇ ਦੌਰੇ। ਜਦੋਂ ਮਤਾਬੀ ਲੈ ਕੇ ਤੇ ਪਲੀਤੇ ਨੂੰ ਦਾਗਦੇ ਆ, ਅੱਗ ਲਾਉਂਦੇ ਆ ਬਾਲਕ, ਤੇ ਘੋੜੇ ਹਾਥੀ ਇੱਧਰ ਉੱਧਰ ਦੌੜਦੇ ਐ। ਚਾਦਰ ਝਾਰ ਛੁਟਤ ਫੁਲਵਾਈ। ਚਾਦਰ ਵੀ ਆਤਿਸ਼ਬਾਜ਼ੀ ਦਾ ਹੀ ਨਾਮ ਹੈ। ਇਹ ਝਾਰ ਫੁਲਵਾਈ ਜਿਹੜੀਆਂ ਫੁੱਲ ਝੜੀਆਂ ਉਹ ਛੁੱਟ ਰਹੀਆਂ ਹਨ, ਚੱਲ ਰਹੀਆਂ ਹਨ। ਚਰਖੀ ਫਿਰਤੀ ਉਡਤ ਹਵਾਈ। ਚਰਖੜੀਆਂ ਗੋਲ ਗੋਲ ਥੱਲੇ ਧਰਤੀ ਤੇ ਘੁੰਮ ਰਹੀਆਂ, ਜਿਹੜੀਆਂ ਹਵਾਈਆਂ ਹਨ ਉਹ ਆਕਾਸ਼ ਨੂੰ ਉੱਡ ਰਹੀਆਂ। ਦੇਵ ਦੇਵਨੀ ਦਾਰੁਣ ਬਨੇ। ਕਿਧਰੇ ਬਰੂਦ ਦੇ ਦੇਵਤੇ ਤੇ ਬਰੂਦ ਦੀਆਂ ਹੀ ਦੇਵਨੀਆਂ ਦੇਵੀਆਂ ਤਥਾ ਬਰੂਦ ਦੇ ਦੇ
ਜਿਹੜੇ ਭਿਅੰਕਰ ਦੇਵ ਬਣਾਏ ਹੋਏ ਹਨਗੇ ਰਾਖਸ਼, ਅਤੇ ਬਰੂਦ ਦੀਆਂ ਰਾਖਸ਼ਣੀਆਂ ਬਣਾਈਆਂ ਹੋਈਆਂ ਹਨ, ਉਹ ਜਦੋਂ ਛੱਡਦੇ ਐ ਭਾਵ ਚਲਾਉਂਦੇ ਐ, ਨਾਦਤ ਬ੍ਰਿੰਦ ਪ੍ਰਕਾਸ਼ਿਤ ਘਨੇ। ਜਦੋਂ ਉਹ ਚੱਲਦੇ ਐ ਬਰੂਦ ਨੂੰ ਅੱਗ ਲੱਗਦੀ ਐ, ਤੇ ਜਿੱਥੇ ਆਵਾਜ਼ ਹੁੰਦੀ ਉੱਥੇ ਬੜਾ ਪ੍ਰਕਾਸ਼ ਵੀ ਹੁੰਦਾ ਹੈ। ਸਭ ਮਹਿ ਅਦਕ ਕੁਲਾਹਲ ਹੋਵਾ। ਸਾਰਿਆਂ ਦੇ ਵਿੱਚ ਬੜਾ ਖੁਸ਼ੀ ਦਾ ਸ਼ੋਰ ਹੋ ਰਿਹਾ ਹੈ। ਅਜਬ ਤਮਾਸ਼ਾ ਨਾਰ ਗਾਨ ਜੋਵਾ। ਸਮੂਹ ਮਨੁੱਖਾਂ ਨੇ ਜਿੰਨੇ ਉੱਥੇ ਇਕੱਤਰਤ ਹਨ, ਇਹ ਅਜਬ ਤਮਾਸ਼ਾ, ਅਜੀਬੋ ਗਰੀਬ, ਇਹ ਜਿਹੜਾ ਕੌਤਕ ਹੈ ਸਭਨਾਂ ਨੇ ਵੇਖਿਆ ਹੈ ਕਿ ਐਸੀ ਅਸਚਰਜਤਾ ਭਰੀ, ਐਸੀ ਹੈਰਾਨੀ ਭਰੀ ਜਿਹੜੀ ਹੈ ਉਹ ਸਤਿਗੁਰਾਂ ਦੀ ਬਰਾਤ ਦੇ ਕੌਤਕ ਵੇਖਣ ਨੂੰ ਮਿਲ ਰਹੇ ਹੈ। ਭਇਓ ਪ੍ਰਕਾਸ਼ ਅਵਨ ਨਭ ਐਸੇ। ਅਵਨੀ ਧਰਤੀ ਤੇ ਨਭ ਆਕਾਸ਼ ਦੇ ਵਿੱਚ ਐਸਾ ਪ੍ਰਕਾਸ਼ ਹੋਇਆ ਹੈ, ਬਿਨਾ ਤੇਜ ਤੇ ਬਾਸੁਰ ਜੈਸੇ। ਮਾਨੋ ਸੂਰਜ ਤੇ ਹੈ ਹੀ ਨਹੀਂ ਹੈ, ਪਰ ਦਿਨ ਚੜ ਗਿਆ, ਰਾਤ ਹੈ ਨਾ, ਤੇ ਇੰਨੀਆਂ ਆਤਿਸ਼ਬਾਜ਼ੀਆਂ ਚੱਲੀਆਂ ਹਨ ਕਿ ਹੈ ਤੇ ਰਾਤ ਹੀ ਹੈ, ਸੂਰਜ ਤੇ ਨਹੀਂ ਆਕਾਸ਼ ਵਿੱਚ, ਪਰ ਦਿਨ ਚੜ ਗਿਆ, ਇੰਨਾ ਪ੍ਰਕਾਸ਼ ਹੋ ਗਿਆ। ਮਨਹੁ ਮਤਾਬੀ ਪਾਏ ਬਹਾਨਾ। ਮਾਨੋ ਇਹ ਮਤਾਬੀਆਂ ਦਾ, ਇਹ ਹਵਾਈਆਂ ਦਾ, ਇਹ ਫੁੱਲ ਝੜੀਆਂ ਦਾ, ਇਹ ਆਤਿਸ਼ਬਾਜ਼ੀਆਂ ਦਾ ਤੇ ਇੱਕ ਬਹਾਨਾ ਹੀ ਹੈ। ਗੁਰੂ ਪ੍ਰਕਾਸ਼ ਦਿਖਾਏ ਮਹਾਨਾ। ਇਹ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਆਪਣਾ ਤੇਜ ਵਿਖਾ ਰਹੇ ਹਨ। ਦੇਖ ਭਏ ਬਿਸਮੈ ਨਰ ਨਾਰੀ। ਮਨੁੱਖ ਇਸਤਰੀਆਂ ਵੇਖ ਵੇਖ ਬੜੇ ਬਿਸਮੈ ਹੋ ਰਹੇ, ਹੈਰਾਨ ਹੋ ਰਹੇ ਹੈ। ਆਸ ਪ੍ਰਕਾਸ਼ ਨਹਿ ਕਬਹੁ ਨਿਹਾਰੀ। ਇਹ ਐਸਾ ਪ੍ਰਕਾਸ਼ ਪ੍ਰਥਮ ਕਦੇ ਨਹੀਂ ਨਿਹਾਰਿਆ ਵੇਖਿਆ। ਪ੍ਰਕਾਸ਼ ਤੇ ਸੂਰਜ ਦਾ ਵੀ ਬਹੁਤ ਹੁੰਦਾ ਹੈ, ਪਰ ਸੂਰਜ ਦੇ ਪ੍ਰਕਾਸ਼ ਵਿੱਚ ਤਪਸ਼ ਬੜੀ ਹੁੰਦੀ ਹੈ, ਉਹਦੇ ਪ੍ਰਕਾਸ਼ ਦੇ ਵਿੱਚ ਗ੍ਰੀਖਮ ਗਰਮੀ ਬੜੀ ਹੁੰਦੀ ਹੈ। ਪਰ ਆ ਜਿਹੜਾ ਪ੍ਰਕਾਸ਼ ਵੇਖ ਰਹੇ ਹਾਂ, ਇਹ ਪ੍ਰਕਾਸ਼ ਵਿੱਚ ਸ਼ੀਤਲਤਾ ਬੜੀ ਹੈ, ਠੰਡਕ ਬੜੀ ਹੈ। ਮੰਦ ਮੰਦ ਚੱਲ ਕੇ ਸਭ ਗਏ। ਮੰਦ ਮੰਦ ਹੌਲੀ ਹੌਲੀ ਸਾਰੀ ਬਰਾਤ ਚੱਲ ਕੇ ਪਹੁੰਚੀ ਹੈ। ਪੌਰ ਆਏ ਸੋ ਮਿਲਤੇ ਭਏ। ਜਦੋਂ ਦਰਵਾਜ਼ੇ ਤੇ ਆ ਪਹੁੰਚਿਆ ਤੇ ਅੱਗੋਂ ਭਾਈ ਹਰਜਸ ਜੀ ਜਾਂ ਉਹਨਾਂ ਦੇ ਜਿਹੜੇ ਸੇਵਾ ਵਿੱਚ ਉਪਸਥਿਤ ਕੀਤੇ ਹੋਏ ਗੁਰਮੁਖ ਸਿੱਖ ਹੈ, ਉਹ ਆਨ ਬਰਾਤ ਦੇ ਸਤਿਕਾਰ ਵਾਸਤੇ ਖਲੋਤੇ ਹੈ। ਸਾਦਰ ਅੰਦਰ ਜਾਏ ਬਿਠਾਰੇ। ਬੜੀ ਅਦਬ ਆਦਰ ਸਤਿਕਾਰ ਨਾਲ ਸਾਰੀ ਬਰਾਤ ਨੂੰ ਘਰ ਦੇ ਅੰਦਰ ਲਿਜਾ ਕੇ ਬਿਠਾਇਆ। ਸੁੰਦਰ ਕਾਰ ਪੰਕਤ ਇੱਕ ਸਾਰੇ। ਬਹੁਤ ਸੁੰਦਰ ਇੱਕ ਸਾਰ ਪੰਗਤ ਲੱਗ ਗਈ ਹੈ। ਸੋਠ ਚੌਂਕੀ ਪਰ ਆਸਨ ਡਾਸਾ। ਤੇ ਸਤਿਗੁਰਾਂ ਦਾ ਆਸਨ ਬੜੀ ਸੁੰਦਰ ਸੋਹਣੀ ਚੌਂਕੀ ਦੇ ਉੱਪਰ ਲਾਉਣਾ ਕੀਤਾ ਹੈ। ਗੁਰ ਬੈਠੇ ਤਿਸ ਪਰ ਢਿਗ ਦਾਸਾ। ਸਤਿਗੁਰੂ ਜੀ ਚੌਂਕੀ ਤੇ ਬੈਠ ਗਏ ਹੈ, ਤੇ ਕੋਲ ਗੁਰਾਂ ਦੇ ਦਾਸ ਸੇਵਕ ਵੀ ਉਪਸਥਿਤ ਹਨ। ਪਰਸਨਹਾਰ ਆਏ ਸਮੁਦਾਏ। ਭੋਜਨ ਪਰੋਸਣ ਵਾਲੇ ਰਸੋਈਏ ਲਾਂਗਰੀ ਉਹ ਵੀ ਸਾਰੇ ਆ ਗਏ। ਵੇਖੋ ਉਹਨਾਂ ਸਮਿਆਂ ਵਿੱਚ ਜਾਂ ਕੋਈ ਬਹੁਤ ਲੰਮਾ ਸਮਾਂ ਵੀ ਨਹੀਂ, ਥੋੜੇ ਹੀ ਪਿਛਲੇ ਸਾਲਾਂ ਵਿੱਚ ਐਸੀ ਪ੍ਰਥਾ ਮਰਜ਼ਾਦਾ ਜਿਹੜੀ ਹੈ ਉਹ ਇਸ ਭਾਰਤ ਵਰਸ਼ ਦੀ ਭੂਮੀ ਆਰੀਆਵਰਤ ਸਮਾਜ ਵਿੱਚ ਇਹ ਬਰਕਰਾਰ ਰਹੀ ਹੈ। ਪਰ ਹੁਣ ਜਿਵੇਂ ਜਿਵੇਂ ਜ਼ਮਾਨਾ ਬਦਲਿਆ, ਤਿਵੇਂ ਤਿਵੇਂ ਜਿਹੜੀ ਝੂਠ ਹੈ ਉਹ ਸਾਰੀ ਵਿੱਚ ਹੀ ਰਲ ਗਈ ਹੈ। ਭਾਵ ਉਹਨਾਂ ਹੀ ਝੂਠਿਆਂ ਹੱਥਾਂ ਦੇ ਨਾਲ ਭੋਜਨ ਆਪੇ ਹੀ ਥਾਲੀਆਂ ਵਿੱਚ ਪਰੋਸਦੇ। ਵਿਆਹ ਸ਼ਾਦੀਆਂ ਵਿੱਚ ਜਿਵੇਂ ਪੈਲਸਾਂ ਵਿੱਚ ਜਾਂਦੇ ਹੈ, ਤੇ ਪ੍ਰਥਮ ਬਣਾਉਣ ਵਾਲਿਆਂ ਦੀ ਵੀ ਕੋਈ ਸੁਚਮਤਾ ਨਹੀਂ ਹੁੰਦੀ ਭੋਜਨ ਦੀ,
ਤੇ ਫਿਰ ਜਿਹੜਾ ਉੱਥੇ ਰੱਖਿਆ ਹੋਇਆ ਹੁੰਦਾ ਹੈ ਤੇ ਉਹ ਵੀ ਝੂਠੇ ਹੱਥਾਂ ਦੇ ਨਾਲ ਹੀ ਸਾਰੇ ਪਾਈ ਜਾਂਦੇ, ਆਪ ਮੁਹਾਰੇ। ਕੋਈ ਮਰਜ਼ਾਦਾ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਸੁਚਮਤਾ ਨਹੀਂ ਹੈ। ਪਰ ਪਹਿਲਿਆਂ ਸਮਿਆਂ ਵਿੱਚ ਸੁਚਮਤਾ ਮਰਜ਼ਾਦਾ ਬੜੀ ਵਿਸ਼ਿਸ਼ਟਤਾ ਰੱਖਦੀ ਸੀ। ਇਹੀ ਕਾਰਨ ਸੀ ਕਿ ਬਿਮਾਰੀਆਂ ਦੀ ਵੀ ਬਹੁਤ ਸੰਕੋਚਤਾ ਸੀ। ਅਜੋਕੇ ਸਮੇਂ ਵਤ ਜਿਵੇਂ ਹਰ ਕੋਈ ਦਵਾਈ ਬਿਨਾਂ ਜਿਉਂਦਾ ਕੋਈ ਨਹੀਂ, ਕੋਈ ਨਾ ਕੋਈ ਰੋਗ ਲੱਗਾ ਹੋਇਆ, ਕਿਸੇ ਨਾ ਕਿਸੇ ਤਰ੍ਹਾਂ ਦੀ ਦਵਾਈ ਪ੍ਰਤੀਕ ਜੀਵ ਦੀ ਚੱਲ ਰਹੀ ਹੈ। ਐਸਾ ਨਹੀਂ ਸੀ। ਅਨੇਕਾਂ ਕਾਰਨ ਹੋਰ ਵੀ ਹਨਗੇ, ਜਿਵੇਂ ਹੁਣ ਕੰਮਕਾਰ ਕਰਨੋਂ ਵੀ ਜਿਹੜੇ ਮਨੁੱਖ ਉਹ ਘਟ ਗਏ ਹੈ। ਪਹਿਲੋਂ ਹੱਥੀਂ ਮਿਹਨਤਾਂ ਮਸ਼ੱਕਤਾਂ ਬੜੀਆਂ ਹੁੰਦੀਆਂ ਸਨਗੀਆਂ, ਤੇ ਜਿੱਥੇ ਇਹ ਕਾਰਨ ਉੱਥੇ ਝੂਠ ਦਾ ਕਾਰਨ ਵੀ ਬਹੁਤ ਵੱਡਾ ਹੈ। ਜਿਹੜੀ ਹੈ ਸੁਚਮਤਾ ਕਾਰਨ ਇੱਕ ਦੂਜੇ ਦੇ ਜਿਹੜੇ ਹੈ ਉਹ ਕੀਟਾਣੂ ਨਹੀਂ ਸਨਗੇ ਭੋਜਨ ਵਿੱਚ ਪਹੁੰਚਦੇ। ਇਸ ਕਰਕੇ ਜਿਹੜੀ ਬਿਮਾਰੀ ਹੈ ਉਹ ਬਹੁਤ ਘੱਟ ਹੁੰਦੀ ਸੀ ਤੇ ਸਰੀਰ ਨਵੇਂ ਨਰੋਏ ਤੰਦਰੁਸਤ ਹੁੰਦੇ ਸਨਗੇ। ਜਿਵੇਂ ਜਿਵੇਂ ਝੂਠ ਵਧੀ ਹੈ ਤਿਵੇਂ ਤਿਵੇਂ ਇਹ ਬਿਮਾਰੀਆਂ ਦੀ ਅਧਿਕਤਾ ਵੱਧ ਗਈ ਹੈ। ਇਸ ਗੱਲ ਦਾ ਪ੍ਰਥਮਲੇ ਸਮੇਂ ਵਿੱਚ ਸੰਸਾਰੀ ਜੀਵ ਤਰਕ ਕਰਦੇ ਸੀ, ਅਨੇਕ ਤਰ੍ਹਾਂ ਦੇ ਨਾਲ ਹੁਜਤਾਂ ਕਰਦੇ ਸੀ ਕਿ ਇਹ ਗੁਰਸਿੱਖ ਜਿਹੜੇ ਹੈ ਬ੍ਰਾਹਮਣਾਂ ਵੱਤ ਪਖੰਡ ਕਰਦੇ ਆ, ਜਾਂ ਗੁਰੂ ਕਾ ਖਾਲਸਾ ਨਿਹੰਗ ਸਿੰਘ ਪੰਥ ਆਪਣਾ ਹੀ ਬਣਾ ਕੇ ਖਾਣਾ, ਦੂਜੇ ਦੇ ਹੱਥਾਂ ਨੂੰ ਕੁਝ ਜ਼ਹਿਰ ਲੱਗੀ ਹੋਈ ਹੈ ਉਹਨਾਂ ਦੇ ਹੱਥੋਂ ਨਹੀਂ ਖਾਣਾ, ਬੜੀ ਮਰਜ਼ਾਦਾ ਕੱਟੜ ਰੱਖਦੇ ਆ, ਕੀ ਲਾਭ ਹੈ, ਬੜੀ ਤਰਕਾਂ ਕਰਦੇ ਸੀ। ਤੇ ਜਦੋਂ ਹੁਣ ਆ ਕਰੋਨਾ ਪਿੱਛੇ ਲੰਘਿਆ ਸਮੇਂ, ਉਦੋਂ ਸਾਰਿਆਂ ਨੂੰ ਇਸ ਗੱਲ ਦਾ ਬੋਧ ਹੋਇਆ ਕਿ ਨਹੀਂ ਹੋਇਆ, ਸੁਚਮਤਾ ਕਿੰਨੀ ਲਾਜ਼ਮੀ ਹੈ, ਮਰਜ਼ਾਦਾ ਕਿੰਨੀ ਜ਼ਰੂਰੀ ਹੈ, ਕਿੰਨਾ ਇਹ ਮਹੱਤਵਪੂਰਨ ਹੈ। ਕੇਵਲ ਪਰਮਾਰਥਕ ਤਲ 'ਤੇ ਹੀ ਨਹੀਂ, ਸੰਸਾਰਕ ਤਲ 'ਤੇ ਸਰੀਰ ਦੀ ਤੰਦਰੁਸਤੀ ਦੇ ਵਾਸਤੇ ਵੀ ਸੁਚਮਤਾ ਬਹੁਤ ਲਾਜ਼ਮੀ ਹੈ, ਮਰਜ਼ਾਦਾ ਬਹੁਤ ਜ਼ਰੂਰੀ ਹੈ। ਪਰ ਇਹ ਬੋਧ, ਇਹ ਗਿਆਨ ਆ ਕਰੋਨਾ ਦੇ ਆਉਣ ਕਰਕੇ ਬਹੁਤਿਆਂ ਨੂੰ ਹੋਇਆ। ਅਨੇਥਾ ਜਿਹੜੇ ਗੁਰੂ ਕੇ ਪਿਆਰੇ ਗੁਰਸਿੱਖ ਮਰਜ਼ਾਦਾਵਾਂ ਰੱਖਣ ਵਾਲੇ ਰੱਖਦੇ ਸੀ ਤੇ ਰੱਖਦੇ ਹਨ, ਉਹਨਾਂ ਦੇ ਉੱਪਰ ਬੜੀਆਂ ਕੁਤਰਕਾਂ ਤੇ ਹੁਜਤਾਂ ਹੁੰਦੀਆਂ ਸੀ। ਇਹ ਬ੍ਰਾਹਮਣਵਾਦ ਹੈ, ਪਖੰਡ ਕਰਦੇ ਹੈ, ਇਸ ਤਰ੍ਹਾਂ ਕਰਨ ਨਾਲ ਕੀ ਹੋ ਜਾਵੇਗਾ। ਪਰ ਬਹੁਤ ਵੱਡਾ ਲਾਭ ਹੈ ਗੁਰੂ ਪਿਆਰਿਓ, ਘਰ ਪਰਿਵਾਰ ਵਿੱਚ ਵੀ। ਬਾਹਰ ਦੀ ਤੇ ਗੱਲ ਬਹੁਤ ਵੱਡੀ ਹੈ, ਘਰ ਪਰਿਵਾਰ ਵਿੱਚ ਵੀ ਸੁਚਮਤਾ ਦੇ ਨਾਲ ਭੋਜਨ ਬਣੇ ਤੇ ਪਰਿਵਾਰਕ ਜੀਵ ਵੀ ਇੱਕ ਦੂਜੇ ਦਾ ਝੂਠਾ ਨਾ ਖਾਣ। ਸਤਿਗੁਰਾਂ ਨੇ ਝੂਠ ਝੂਠ ਤੋਂ ਵਰਜਿਆ ਹੈ, ਤੇ ਵਰਜਣ ਦਾ ਕਾਰਨ ਇਹੀ ਹੈ, ਪਰਮਾਰਥਕ ਤਲ ਦੇ ਵੀ ਇਹ ਬਹੁਤ ਲਾਭਕਾਰੀ ਹੈ। ਕਿਉਂਕਿ ਜੇ ਝੂਠ ਖਾਵਾਂਗੇ ਤੇ ਝੂਠ ਨਾਲ ਜੋ ਸੰਸਕਾਰ ਵੀ ਮਨ ਦੇ ਵਿੱਚ ਬਣਦੇ ਹੈ, ਜਿੱਥੇ ਪਰਮਾਰਥਕ ਤਲ 'ਤੇ ਅੰਤःਕਰਨ ਦੀ ਬਿਰਤੀ ਵੀ ਵਿਗੜਦੀ ਹੈ, ਉੱਥੇ ਜੇ ਝੂਠ ਖਾਵਾਂਗੇ ਤੇ ਸੰਸਾਰਕ ਤਲ 'ਤੇ ਸਰੀਰ ਦੀ ਵੀ ਜਿਹੜੀ ਹੈ ਉਹਦੇ ਵਿੱਚ ਵੀ ਨਾਨਾ ਤਰ੍ਹਾਂ ਦੀਆਂ ਬਿਮਾਰੀਆਂ, ਸਰੀਰ ਵਿੱਚ ਵੀ ਅਨੇਕ ਤਰ੍ਹਾਂ ਦੇ ਰੋਗ ਲੱਗਦੇ ਹਨਗੇ। ਇਸ ਵਾਸਤੇ ਝੂਠ ਤੇ ਝੂਠ ਤੋਂ ਜਿਹੜਾ ਉਹ ਬਚਣਾ ਚਾਹੀਦਾ, ਜਿਤਨਾ ਵੀ ਬਚਿਆ ਜਾ ਸਕੇ। ਪਰ ਐਸਾ ਹੋ ਨਹੀਂ ਪਾ ਰਿਹਾ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਦੇ ਬਚਨ ਹਨਗੇ ਕਿ ਸ਼ਰਮ ਧਰਮ ਦੋਇ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕੂੜ ਝੂਠ ਤੇ ਝੂਠ ਇਹ ਸੰਸਾਰ ਵਿੱਚ ਪ੍ਰਧਾਨ ਹੋ ਚੁੱਕਾ ਹੋਇਆ। ਗੁਰੂ ਕਿਰਪਾ ਕਰਨ ਝੂਠ ਝੂਠ ਤੋਂ ਬਚ ਸਕੀਏ, ਸੁਚਮਤਾ ਮਰਜ਼ਾਦਾ ਜਿਹੜੀ ਹੈ ਤੇ ਸੱਚ ਦੇ ਧਾਰਨੀ ਹੋ ਸਕੀਏ। ਸੁਰੋ ਵਿਚਾਰ ਗੁਰੂ ਪਿਆਰਿਓ, ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ
ਸਮੁੱਚੀ ਬਰਾਤ ਸੰਯੁਗਤ ਭਾਈ ਹਰ ਜਸ ਜੀ ਦੇ ਘਰੇ ਪਹੁੰਚਿਆ ਤੇ ਜਿੱਥੇ ਪੰਗਤ ਲਾ ਲਈ ਗਈ ਹੈ ਤੇ ਸਾਰੇ ਬਰਾਤੀਏ ਬੜੇ ਅਦਬ ਸਤਿਕਾਰ ਨਾਲ ਬਿਠਾਏ ਗਏ ਹੈ ਤੇ ਰਸੋਈਏ ਜਿਹੜੇ ਲਾਂਗਰੀ ਸਿੱਖ ਹੈ ਵਰਤਾਉਣ ਵਾਲੇ ਉਹ ਭੋਜਨ ਪਰੋਸਣ ਵਾਲੇ ਉਹ ਆ ਗਏ ਹੈ ਤੇ ਸਾਰੀ ਬਰਾਤ ਨੂੰ ਭੋਜਨ ਪਰੋਸਣ ਲੱਗੇ ਹੈ। ਧਰੇ ਥਾਰ ਸਭ ਕੇ ਅਗਵਾਏ, ਸਾਰਿਆਂ ਬਰਾਤੀਆਂ ਦੇ ਅੱਗੋਂ ਥਾਲ ਰੱਖ ਦਿੱਤੇ। ਗੁਰੂ ਕੇ ਲੰਗਰਾਂ ਦੇ ਵਿੱਚ ਮਰਜ਼ਾਦਾ ਬਰਕਰਾਰ ਕਿਉਂ ਹੈ? ਪੰਗਤ ਵਿੱਚ ਬਿਠਾ ਕੇ ਕਿਉਂ ਛਕਾਇਆ ਜਾਂਦਾ? ਇਹੀ ਕਾਰਨ ਹੈ ਕਿ ਸੁਚਮਤਾ ਬਰਕਰਾਰ ਰਵੇ। ਸੁਚਮਤਾ ਜਿਹੜੀ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਵੇ। ਸੋ ਸਾਰਿਆਂ ਦੇ ਅੱਗੋਂ ਥਾਲੀਆਂ ਜਿਹੜੀਆਂ ਭਾਂਡੇ ਜਿਹੜੇ ਉਹ ਫੜਾਏ ਗਏ ਹੈ। ਫਿਰ ਮਗਰੇ ਹੀ ਵੱਖ-ਵੱਖ ਪਾਤਰਾਂ ਦੇ ਵਿੱਚ ਵੱਖ-ਵੱਖ ਜਿਹੜੀਆਂ ਵਸਤੂਆਂ ਪਦਾਰਥ ਪਾਏ ਹੋਏ ਹੈ ਉਹ ਵਰਤਾਉਣ ਵਾਲੇ ਸਾਰਿਆਂ ਨੂੰ ਲੋੜ ਅਨੁਸਾਰ ਪਾਈ ਜਾ ਰਹੇ ਹੈ। ਮੋਦਕ ਖੁਰਮੇ ਨੁਗਦੀ ਘਣੀ, ਫਿਰ ਲੱਡੂ ਵੀ ਨੁਗਦੀ ਬੂੰਦੀ ਵੀ ਆਈ ਹੈ, ਹੋਰ ਨਾਨਾ ਤਰ੍ਹਾਂ ਦੀਆਂ ਮਠਿਆਈਆਂ ਵੀ ਆਈਆਂ। ਘੇਵਰ ਘ੍ਰੇਤਾ ਸਿਤਾ ਗਨ ਸਨੀ, ਘਿਓ ਖੰਡ ਮਿਲਾ ਕੇ ਘੇਵਰ ਨਾਮ ਦੀ ਮਠਿਆਈ, ਇਹ ਵੀ ਜਲੇਬੀਆਂ ਜੈਸੀ ਹੁੰਦੀ, ਘੇਵਰ ਨਾਮ ਦੀ ਮਠਿਆਈ ਵੀ ਤਿਆਰ ਕੀਤੀ ਹੈ ਜਿਹੜੀ ਹਲਵਾਈਆਂ ਉਹ ਵੀ ਲਿਆਂਦੀ ਗਈ ਹੈ। ਸਵਾਦਲ ਮਹਾ ਅੰਮ੍ਰਿਤੀ ਦੀਨ, ਸਵਾਦਿਸ਼ਟ ਅੰਮ੍ਰਿਤੀ ਵੀ ਆਈ ਹੈ। ਅੰਮ੍ਰਿਤੀ ਜਿਹੜੀ ਹੈ ਉਹ ਵੀ ਤਿਆਰ ਹੈ, ਉਹ ਵੀ ਲਿਆਏ ਹੈ ਵਰਤਾਉਣ ਵਾਲੇ। ਮੇਵੇ ਬ੍ਰਿੰਦਾ ਮਿਲਾਵਨ ਕੀਨ, ਇਹਦੇ ਵਿੱਚ ਬੜੇ ਮੇਵੇ ਮਿਲਾਏ ਹੈ। ਦੁਰਤਾ ਪਰੋਸਿਓ ਚਤੁਰਨ ਚਾਰੂ, ਤੇ ਫਿਰ ਜਿਹੜੇ ਚਤੁਰ ਸਿਆਣੇ ਸੂਝਵਾਨ ਉਹਨਾਂ ਨੇ ਤੁਰੰਤ ਸਾਰੇ ਭੋਜਨ ਪਰੋਸ ਦਿੱਤੇ ਆ ਸਾਰਿਆਂ ਨੂੰ। ਖਾਣ ਲੱਗੇ ਬਰ ਸਵਾਦ ਆਹਾਰੂ, ਸ੍ਰੇਸ਼ਟ ਸਵਾਦਿਸ਼ਟ ਭੋਜਨ ਛਕਣ ਲੱਗ ਪਏ ਐ। ਨਾਰੀ ਦੇਤਾ ਗਾਰ ਵਿੱਚ ਗੀਤ, ਤੇ ਇਸਤਰੀਆਂ ਗੀਤ ਗਾਉਂਦੀਆਂ ਗਾਉਂਦੀਆਂ ਵਿੱਚ ਸਿੱਠਣੀਆਂ ਦੇ ਰਹੀਆਂ ਹਨ। ਸਭਨ ਸੁਨਾਵਤ ਸੁੰਦਰ ਰੀਤ, ਬੜੀ ਸੋਹਣੀ ਰੀਤ ਨਾਲ ਸਾਰਿਆਂ ਨੂੰ ਸੁਣਾਉਂਦੀਆਂ ਜਿਹੜੀਆਂ ਇਹ ਭਾਈ ਹਰਜਸ ਜੀ ਦੇ ਪਰਿਵਾਰ ਦੀਆਂ ਸਮੂਹ ਇਸਤਰੀਆਂ ਇਕੱਤਰਤ ਹੋਈਆਂ ਨਾ, ਉਹ ਬਰਾਤੀਆਂ ਨੂੰ ਭੋਜਨ ਛਕਦਿਆਂ ਵੇਖ, ਸ਼ੈਲ ਛਬੀਲਿਆਂ ਨੂੰ ਵੇਖ ਤੇ ਸਿੱਠਣੀਆਂ ਦੇ ਗਾਉਂਦੀਆਂ। ਮਿਲੀ ਸੁਰ ਬਧੂ ਆਦਿਕ ਬ੍ਰਿੰਦ, ਤੇ ਦੇਵੀ ਇਸਤਰੀਆਂ ਵੀ ਆ ਕੇ ਮਿਲੀਆਂ ਹੋਈਆਂ ਵਿੱਚ। ਕੰਠ ਮਨੋਹਰ ਪੇਕ ਮਾਨਿੰਦ, ਜਿਨ੍ਹਾਂ ਦਾ ਕੰਠ ਗਲ ਪਿੱਕ ਕਹੀਏ ਕੋਇਲ ਦੇ ਸਦਰਸ਼, ਬੜਾ ਮਿੱਠਾ ਗਲਾ ਹੈ ਜਿਨ੍ਹਾਂ ਦਾ। ਸੁਨਤ ਹਸਹਿ ਸਭ ਸਹਿਤ ਸਮਾਜਾ, ਜਦੋਂ ਇਸਤਰੀਆਂ ਸਿੱਠਣੀਆਂ ਦਿੰਦੀਆਂ ਤੇ ਸੁਣ ਕੇ ਸਾਰੇ ਬਰਾਤੀਏ ਬੜੇ ਖੁਸ਼ ਹੁੰਦੇ ਆ, ਪ੍ਰਸੰਨ ਹੁੰਦੇ ਆ। ਸਮੈ ਉਸ਼ਾਹ ਵਿਸਾਲ ਬਿਰਾਜਾ, ਬਹੁਤ ਉਤਸ਼ਾਹ ਦਾ ਸਮਾਂ ਜਿਹੜਾ ਹੈ ਉਹ ਸੁਸ਼ੋਭਿਤ ਹੋ ਰਿਹਾ ਹੈ। ਬੜੀ ਪ੍ਰਸੰਨਤਾ ਨਾਲ ਨਾਲੇ ਭੋਜਨ ਛਕ ਰਹੇ ਬਰਾਤੀਏ, ਨਾਲੇ ਇਸਤਰੀਆਂ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਸਿੱਠਣੀਆਂ ਸੁਣ ਰਹੇ ਹੈ। ਸੋਨ ਸੋਨ ਪੇਖ ਪੇਖ ਦੋਹੇ ਦੇਸ਼ ਹਰਖ ਹੈ, ਸੁਣ ਸੁਣ ਕੇ ਵੇਖ ਵੇਖ ਕੇ ਦੋਨੋਂ ਹੀ ਤਰਫ ਪ੍ਰਸੰਨਤਾ ਹੋ ਰਹੀ, ਜਾਨੀ ਵੀ ਤੇ ਮਾਨੀ ਵੀ ਖੁਸ਼ ਹੋ ਰਹੇ ਹੈ। ਮਨੋਹ ਆਨੰਦ ਉਨਵ ਕਰ ਬਰਖ ਹੈ, ਮਾਨੋ ਕਿ ਆਨੰਦ ਦੇ ਬੱਦਲ ਝੁਕ ਝੁਕ ਕੇ ਵਰਖਾ ਪਏ ਕਰ ਰਹੇ ਹੈ। ਸਨੇ ਸਨੇ ਸਭ ਅਚਵ ਆਹਾਰਾ, ਤੇ ਹੌਲੀ ਹੌਲੀ ਬੜੇ ਪ੍ਰੇਮ ਨਾਲ ਸਾਰੇ ਭੋਜਨ ਛਕ ਰਹੇ ਹੈ। ਅਦਕ ਉਚਿਸ਼ਟ ਵਿਖੈ ਧਨ ਡਾਰਾ, ਛਕਣ ਉਪਰੰਤ ਥਾਲੀਆਂ ਵਿੱਚ ਧਨ ਜਿਹੜਾ ਹੈ ਉਹ ਪਾਉਣਾ ਕੀਤਾ ਸਾਰੇ ਬਰਾਤੀਆਂ ਨੇ। ਹਾਕਲ ਛੰਦ ਪੁਨ ਪਾਨ ਪਾਨ ਕਰ ਪਾਨਾ, ਪਾਣੀ ਹੱਥ ਵਿੱਚ ਲੈ ਕੇ ਫਿਰ ਪਾਣੀ ਪੀਣਾ ਕੀਤਾ ਸਾਰਿਆਂ ਨੇ। ਭੁਖ ਚੁਰੀ ਪਖਾਰਨ ਠਾਨਾ, ਫਿਰ ਚੁਲਾ ਕਰਕੇ ਤੇ ਹੱਥ ਜਿਹੜੇ ਧੋ ਲਏ ਐ। ਸਭ ਉਠੇ ਵਹਿਰ ਚੱਲ ਆਏ, ਉਹ
ਸਾਰੀ ਬਰਾਤ ਉੱਠ ਕੇ ਬਾਹਰ ਆ ਗਈ। ਜਨਵਾਸ ਪਹੁੰਚਾ ਸੁਪਤਾਏ। ਜਨ ਘਰ ਵਿੱਚ ਪਹੁੰਚ ਕੇ ਸਾਰਿਆਂ ਨੇ ਫਿਰ ਰਾਤ ਵਿਸ਼ਰਾਮ ਕੀਤਾ। ਪੁਨ ਭਈ ਪ੍ਰਾਤ ਸਭ ਜਾਗੇ। ਫਿਰ ਸਵੇਰ ਹੋਈ ਤਾਂ ਸਾਰੇ ਜਾਗ ਪਏ ਐ। ਗੁਰਬਾਣੀ ਗਾਵਨ ਲਾਗੇ। ਗੁਰੂ ਦੇ ਪਿਆਰੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਗੁਰਬਾਣੀ ਨੂੰ ਗਾਉਣ ਲੱਗੇ, ਗੁਰਬਾਣੀ ਦਾ ਜਾਪ ਕਰਨ ਲੱਗੇ। ਸਤਨਾਮ ਸਿਮਰ ਔਰ ਮਹੀਆ। ਹਿਰਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਮੰਤਰ ਨੂੰ ਸਿਮਰਦੇ ਯਾਦ ਕਰਦੇ ਐ। ਜੈਕਾਰ ਹੋਤ ਜਹ ਕਹੀਆ। ਜਿੱਥੇ ਕਿੱਥੇ ਸਤਿਗੁਰਾਂ ਦੀ ਜੈ ਜੈਕਾਰ ਹੋ ਰਹੀ ਹੈ। ਗੁਰ ਲੀਲਾ ਅਦਕ ਬਿਲਾਸਾ। ਸਤਿਗੁਰਾਂ ਦੀ ਲੀਲਾ ਬਹੁਤ ਸੁੰਦਰ ਵਿਲਾਸ ਕੌਤਕ ਹੈ। ਸਭ ਜਾਣੈ ਵੱਡੋ ਪ੍ਰਕਾਸ਼ਾ। ਸਾਰੇ ਜਾਣਦੇ ਆ ਕਿ ਗੁਰਾਂ ਦਾ ਵੱਡਾ ਤੇਜ ਪ੍ਰਕਾਸ਼ ਰਿਹਾ ਹੈ। ਸਭ ਸਿੱਧਾ ਨਿਧ ਖਰੀ ਹੈ। ਸਾਰੀਆਂ ਸਿੱਧੀਆਂ ਤੇ ਨਿਧੀਆਂ ਸ਼ਕਤੀਆਂ ਤੇ ਪਦਾਰਥ ਹੱਥ ਬੰਦ ਗੁਰੂ ਅੱਗੋਂ ਖਲੋਤੇ ਐ। ਜੋ ਚਾਹੈ ਸੋ ਤੁਰਤ ਕਰੀ ਹੈ। ਜੋ ਇੱਛਾ ਹੁੰਦੀ ਹੈ ਤੁਰੰਤ ਕਰ ਦਿੰਦੀਆਂ, ਰਿੱਧੀਆਂ ਸਿੱਧੀਆਂ ਗੁਰੂ ਦੇ ਹੁਕਮ ਤਥਾ ਆਗਿਆ ਵਿੱਚ ਚੱਲਦੀਆਂ। ਤਹ ਵਸਤ ਕਮੀ ਨਹਿ ਕਾਈ। ਗੁਰੂ ਕੇ ਲਾਹੌਰ ਨਗਰੀ ਅੰਦਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਕਿਸੇ ਵਸਤੂ ਦੀ ਕਮੀ ਥੁੜ ਨਹੀਂ। ਜਹ ਪਿਖਿਆ ਹੈ ਤਹਾਂ ਸਵਾਈ। ਜਿੱਧਰ ਵੀ ਵੇਖੀਦਾ ਜੋ ਵੀ ਵੇਖੀਦਾ ਸਵਾਇਆ ਬਹੁਤਾ ਹੀ ਬਹੁਤਾ ਦਿਸਦਾ ਹੈ। ਸਭ ਲੈਣ ਦੇਣ ਬਹੁ ਹੋਵਾ। ਬਹੁਤ ਲੈਣ ਦੇਣ ਵੀ ਹੋ ਰਿਹਾ ਹੈ, ਕਿਉਂਕਿ ਬਾਜ਼ਾਰ ਨਵਾਂ ਵਸਿਆ ਗੁਰੂ ਕਾ ਲਾਹੌਰ, ਉੱਥੇ ਬੜਾ ਲੈਣ ਦੇਣ ਵੀ ਚੱਲ ਰਿਹਾ ਹੈ। ਨਹਿ ਘਾਟਾ ਕਿਤਹੁ ਜੋਵਾ। ਕਿਸੇ ਨੂੰ ਕਿਧਰੋਂ ਘਾਟਾ ਨਹੀਂ ਮਿਲ ਰਿਹਾ, ਸਭ ਨੂੰ ਮੁਨਾਫਾ ਹੀ ਮੁਨਾਫਾ ਹੋ ਰਿਹਾ ਹੈ। ਤੇ ਦੁਕਾਨਦਾਰ ਵੀ ਬੜੇ ਖੁਸ਼ ਹਨ, ਬਰਾਤੀਏ ਵੀ ਬੜੇ ਖੁਸ਼ ਹਨ। ਸਮੂਹ ਨਗਰੀ ਵਿੱਚ ਦੋਨਾਂ ਪਰਿਵਾਰਾਂ ਤੇ ਆਨੇ ਪਹੁੰਚੀਆਂ ਸਮੂਹ ਸੰਗਤਾਂ ਵਿੱਚ ਗੁਰੂਆਂ ਦਾ ਜੋ ਜਲਾਲ ਅਸਚਰਜਤਾ ਭਰੇ ਕੌਤਕਾਂ ਨੂੰ ਵੇਖ ਬਹੁਤ ਪ੍ਰਸੰਨਤਾ ਖੁਸ਼ੀ ਹੋ ਰਹੀ ਹੈ। ਇਸ ਖੁਸ਼ੀ ਜਿਸ ਆਨੰਦ ਦੀ ਕੋਈ ਸੀਮਾ ਨਹੀਂ, ਜਿਹਦਾ ਕੋਈ ਹੱਦ ਨਹੀਂ ਹੈ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਦਾ ਇਹ ਵਿਵਾਹ ਹੋਇਆ, ਲਾਵਾਂ ਫੇਰੇ ਸੰਪੰਨ ਹੋਇਆ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸੰਗਤ ਬਖਸ਼ਣ ਯੋਗ ਹੈ। ਸੰਗਤ ਕਿਰਪਾ ਕਰਕੇ ਬਖਸ਼ ਲੈਣਾ। ਗੁਰੂ ਕਿਰਪਾ ਕਰਨ, ਸਾਰੀ ਸੰਗਤ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਸਭ ਲੈਣ ਦੇਣ ਬਹੁ ਹੋਵਾ। ਨਹਿ ਘਾਟਾ ਕਿਤਹੁ ਜੋਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।